ਸਟਾਰਟ। ਸਰਹੱਦ ਪਾਰ ਲਾਹੌਰ ਸ਼ਹਿਰ 'ਚ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਜੋਤੀ ਜੋਤ ਸਮਾਉਣ ਦੇ ਨਾਲ ਸੰਬੰਧਿਤ ਦੋ ਅਸਥਾਨ ਅੱਜ ਵੀ ਮੌਜੂਦ ਹਨ। ਡੰਡੀ ਇਹਨਾਂ 'ਚੋਂ ਇੱਕ ਗੁਰਦੁਆਰਾ ਡੇਰਾ ਸਾਹਿਬ ਹੈ, ਜਿੱਥੇ ਦਰਿਆ ਰਾਵੀ ਦੇ ਕਿਨਾਰੇ ਗੁਰੂ ਸਾਹਿਬ ਜੋਤੀ ਜੋਤ ਸਮਾਏ ਸਨ, ਅਤੇ ਦੂਸਰਾ ਦੁਸ਼ਟ ਚੰਦੂ ਦੀ ਹਵੇਲੀ ਹੈ, ਜਿੱਥੇ ਪੰਚਮ ਪਾਤਸ਼ਾਹ ਨੂੰ ਤਸੀਹੇ ਦਿੱਤੇ ਜਾਂਦੇ ਰਹੇ। ਡੰਡੀ ਲਾਹੌਰ ਸ਼ਹਿਰ 'ਚ ਦਰਿਆ ਰਾਵੀ ਦੇ ਕਿਨਾਰੇ ਸ਼੍ਰੀ ਗੁਰੂ ਅਰਜਨ ਦੇਵ ਜੀ ਗੁਰਮਤਿ ਦੇ ਨਿਯਮਾਂ ਦੀ ਰਾਖੀ ਕਰਦੇ ਹੋਏ ਅਤੇ ਸੱਤਿਆ ਪ੍ਰਤਿੱਗਿਆ ਦੀ ਕਸੌਟੀ 'ਤੇ ਸਿੱਖਾਂ ਨੂੰ ਅਟੱਲ ਰਹਿਣ ਦਾ ਉਪਦੇਸ਼ ਦਿੰਦੇ ਹੋਏ ਜੋਤੀ ਜੋਤ ਸਮਾਏ। ਡੰਡੀ ਗੁਰੂ ਸਾਹਿਬ ਦੀ ਯਾਦਗਾਰ ਲਾਹੌਰ ਦੇ ਸ਼ਾਹੀ ਕਿਲ੍ਹੇ ਦੇ ਬਿਲਕੁਲ ਸਾਹਮਣੇ ਤੇ ਸ਼ਾਹੀ ਮਸਜਿਦ ਦੇ ਨਜ਼ਦੀਕ ਗੁਰਦੁਆਰਾ ਡੇਰਾ ਸਾਹਿਬ ਦੇ ਰੂਪ 'ਚ ਮੌਜੂਦ ਹੈ। ਡੰਡੀ ਗੁਰੂ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਜਦੋਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਗੁਰ ਅਸਥਾਨ ਦੇ ਦਰਸ਼ਨਾਂ ਨੂੰ ਆਏ ਤਾਂ ਉਹਨਾਂ ਸ਼ਹੀਦੀ ਅਸਥਾਨ 'ਤੇ ਯਾਦਗਾਰੀ ਥੜਾ ਤਿਆਰ ਕਰਵਾ ਦਿੱਤਾ। ਡੰਡੀ ਸਿੱਖ ਰਾਜ ਸਮੇਂ ਸ਼ੇਰ-ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਇਸ ਗੁਰਦੁਆਰੇ ਦੀ ਨਵ ਉਸਾਰੀ ਕਰਵਾਈ, ਪਰ ਗੁਰਦੁਆਰੇ ਦੀ ਇਮਾਰਤ ਛੋਟੀ ਹੀ ਰਹਿਣ ਦਿੱਤੀ। ਡੰਡੀ ਮਹਾਰਾਜਾ ਨੇ ਗੁਰਦੁਆਰਾ ਸਾਹਿਬ ਦੇ ਨਾਂ ਪਿੰਡ ਨੰਦੀਪੁਰ, ਜ਼ਿਲ੍ਹਾ ਸਿਆਲਕੋਟ, ਤਹਿਸੀਲ ਡਸਕਾ ਦੀ 599 ਵਿਗੇ ਰਕਬਾ ਜਾਗੀਰ ਲਗਵਾਈ। ਡੰਡੀ ਸਿੱਖ ਰਾਜ ਸਮੇਂ ਗੁਰਦੁਆਰੇ ਨੂੰ 50 ਰੁਪਏ ਸਾਲਾਨਾ ਪਿੰਡ ਕੁਤਬਾ, ਤਹਿਸੀਲ ਕਸੂਰ ਅਤੇ 90 ਰੁਪਏ ਸਾਲਾਨਾ ਰਿਆਸਤ ਨਾਭਾ ਵੱਲੋਂ ਮਿਲਦੇ ਰਹੇ। ਡੰਡੀ 1909 ਈਸਵੀ 'ਚ ਪ੍ਰਕਾਸ਼ ਅਸਥਾਨ ਲਈ ਮੌਜੂਦਾ ਹਾਲ ਕਮਰੇ ਦੀ ਉਸਾਰੀ ਕਰਵਾਈ ਗਈ। ਡੰਡੀ 21 ਅਪ੍ਰੈਲ 1930 ਨੂੰ ਇਸ ਗੁਰਦੁਆਰੇ ਦੀ ਸੇਵਾ ਇੱਕ ਵਾਰ ਫਿਰ ਆਰੰਭ ਹੋਈ, ਜੋ 9 ਸਤੰਬਰ 1934 ਈਸਵੀ ਨੂੰ ਸੰਪੂਰਨ ਹੋਈ। ਡੰਡੀ ਗੁਰਦੁਆਰੇ ਦੇ ਦੋਵੇਂ ਪਾਸੇ ਥਾਂ ਕੱਚੀ ਸੀ, ਜੋ ਪੱਕੀ ਕੀਤੀ ਗਈ। ਡੰਡੀ ਸ਼ਰਧਾਲੂਆਂ ਦੀ ਲਗਾਤਾਰ ਵੱਧ ਰਹੀ ਰੌਣਕ ਨੂੰ ਧਿਆਨ 'ਚ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਕੁਇਟੀ ਟਰੱਸਟ ਪ੍ਰਾਪਰਟੀ ਬੋਰਡ ਦੇ ਸਹਿਯੋਗ ਨਾਲ ਇੱਕ ਵਾਰ ਫਿਰ ਤੋਂ ਕਾਰ ਸੇਵਾ ਕਰਵਾਈ ਜਾ ਰਹੀ ਹੈ। ਡੰਡੀ ਮੌਜੂਦਾ ਸਮੇਂ ਗੁਰਦੁਆਰਾ ਸਾਹਿਬ 'ਚ ਰੋਜ਼ਾਨਾ ਪ੍ਰਕਾਸ਼ ਕੀਤਾ ਜਾਂਦਾ ਹੈ, ਅਤੇ ETPB ਵੱਲੋਂ 2 ਗ੍ਰੰਥੀ ਸਿੰਘ ਪੱਕੇ ਤੌਰ 'ਤੇ ਨਿਯੁਕਤ ਕੀਤੇ ਗਏ ਹਨ, ਅਤੇ ਦੂਸਰੇ ਦੇਸ਼ਾਂ ਤੋਂ ਗਏ ਸ਼ਰਧਾਲੂਆਂ ਦੀ ਦੇਖਭਾਲ ਲਈ ਕੇਅਰ ਟੇਕਰ ਵੀ ਨਿਯੁਕਤ ਕੀਤਾ ਗਿਆ ਹੈ। ਡੰਡੀ ਗੁਰਦੁਆਰਾ ਡੇਰਾ ਸਾਹਿਬ ਨੂੰ ਲਾਹੌਰ ਵਾਲੇ ਯਾਦਗਾਰ ਕਹਿ ਕੇ ਸੰਬੋਧਿਤ ਕਰਦੇ ਹਨ। ਡੰਡੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦਫ਼ਤਰ ਵੀ ਇਸੇ ਗੁਰਦੁਆਰੇ 'ਚ ਹੈ। ਡੰਡੀ ਸਟਾਰਟ। ਕੁਤਬੁਦੀਨ ਐਬਕ ਹਿੰਦੁਸਤਾਨ ਦਾ ਉਹ ਪਹਿਲਾ
ਮੁਸਲਮਾਨ ਸੁਲਤਾਨ ਸੀ ਜਿਹੜਾ ਕਿਸੇ ਬਾਹਰਲੇ ਮੁਲਕ ਦੇ ਅਧੀਨ ਨਹੀਂ ਸੀ ਡੰਡੀ। ਉਹ ਇੱਥੇ ਆਇਆ ਅਤੇ ਇੱਥੇ ਹੀ ਆਪਣੀ ਸਲਤਨਤ ਦੀ ਬੁਨਿਆਦ ਰੱਖੀ ਡੰਡੀ। ਉਸ ਤੋਂ ਪਹਿਲਾਂ ਆਉਣ ਵਾਲੇ ਮੁਸਲਿਮ ਹਮਲਾਵਰ ਸਿਰਫ ਲੁੱਟ ਮਾਰ ਦੇ ਇਰਾਦੇ ਨਾਲ ਹੀ ਆਉਂਦੇ ਸਨ, ਜਿਹੜੇ ਇੱਥੋਂ ਦੀ ਦੌਲਤ ਇਕੱਠੀ ਕਰਕੇ ਆਪਣੇ ਦੇਸ਼ ਲੈ ਜਾਇਆ ਕਰਦੇ ਸਨ। ਪਰ ਕੁਤਬਦੀਨ ਨੇ ਹਿੰਦੁਸਤਾਨ ਨੂੰ ਹੀ ਆਪਣਾ ਘਰ ਬਣਾਇਆ ਡੰਡੀ। ਉਹ ਇੱਥੇ ਲਈ ਹੀ ਜੀਵਿਆ ਅਤੇ ਇੱਥੇ ਹੀ ਮਰਿਆ ਡੰਡੀ। ਉਸ ਨੇ ਜੋ ਕੁਝ ਪ੍ਰਾਪਤ ਕੀਤਾ ਉਹ ਇੱਥੇ ਹੀ ਛੱਡਿਆ। ਇੱਕ ਕੌਡੀ ਵੀ ਦੇਸ਼ ਦੀਆਂ ਸਰਹੱਦਾਂ ਤੋਂ ਬਾਹਰ ਨਹੀਂ ਘੱਲੀ ਡੰਡੀ। ਉਸ ਦੀਆਂ ਪਾਈਆਂ ਲੀਹਾਂ 'ਤੇ ਚਲਦਿਆਂ ਬਾਅਦ ਵਿੱਚ ਜਿੰਨੇ ਵੀ ਮੁਸਲਮਾਨ ਖਾਨਦਾਨਾਂ ਨੇ ਹਿੰਦੁਸਤਾਨ ਉੱਤੇ ਸ਼ਾਸਨ ਕੀਤਾ ਉਹ ਇੱਥੇ ਦੇ ਹੀ ਹੋ ਕੇ ਰਹਿ ਗਏ ਡੰਡੀ। ਸੁਲਤਾਨ ਕੁਤਬਦੀਨ ਐਬਕ ਪਹਿਲਾ ਮੁਸਲਮਾਨ ਬਾਦਸ਼ਾਹ ਸੀ ਜਿਹੜਾ ਦਿੱਲੀ ਦੇ ਤਖਤ ਉੱਤੇ ਬੈਠਿਆ ਡੰਡੀ। ਆਪਣੇ ਸਮੇਂ ਦੇ ਹੁਕਮਰਾਨਾਂ ਵਿੱਚ ਉਹ ਅਜਿਹਾ ਹੁਕਮਰਾਨ ਸੀ ਜਿਹੜਾ ਆਪਣੀ ਹਿੰਮਤ, ਹੌਸਲੇ ਅਤੇ ਤਾਕਤ ਦੇ ਬਲ ਬੂਤੇ ਹੁਕਮਰਾਨ ਬਣਿਆ ਡੰਡੀ। ਇੱਕ ਮਹਾਨ ਜੇਤੂ ਹੋਣ ਦੇ ਨਾਲ ਨਾਲ ਉਹ ਰਹਿਮ ਦਿਲ ਅਤੇ ਇਨਸਾਫ ਪਸੰਦ ਇਨਸਾਨ ਵੀ ਸੀ ਡੰਡੀ। ਉਸ ਦੇ ਸਮਕਾਲੀ ਇਤਿਹਾਸਕਾਰ ਉਸ ਦੀ ਸ਼ਖਾਵਤ ਦੀਆਂ ਤਾਰੀਫਾਂ ਕਰਦੇ ਹਨ ਡੰਡੀ। ਉਹ ਅਜਿਹਾ ਹੁਕਮਰਾਨ ਸੀ ਜਿਹੜਾ ਆਪਣੀ ਪਰਜਾ ਵਿੱਚ ਲੱਖ ਦਾਤਾ ਦੇ ਨਾਂ ਨਾਲ ਮਸ਼ਹੂਰ ਸੀ ਡੰਡੀ। ਭਾਵੇਂ ਉਹ ਅਜੀਮ ਸਲਤਨਤ ਦਾ ਮਾਲਕ ਸੀ ਪਰ ਸਾਰੀ ਉਮਰ ਸੁਲਤਾਨ ਮੁਜੱਜੁਦੀਨ ਮੁਹੰਮਦ ਗੌਰੀ ਦਾ ਵਫਾਦਾਰ ਰਿਹਾ ਡੰਡੀ। ਦਿੱਲੀ ਦੀ ਜਿੱਤ ਤੋਂ ਬਾਅਦ ਭਾਵੇਂ ਉਸਨੇ 20 ਸਾਲ ਤੱਕ ਹਿੰਦੁਸਤਾਨ ਉੱਤੇ ਹਕੂਮਤ ਕੀਤੀ ਪਰ ਪਹਿਲੇ 16 ਸਾਲ ਤੱਕ ਉਹ ਆਪਣੇ ਆਪ ਨੂੰ ਗਜਨੀ ਹਕੂਮਤ ਦਾ ਨਾਇਬ ਹੀ ਅਖਵਾਉਂਦਾ ਰਿਹਾ ਅਤੇ ਆਖਰੀ 4 ਸਾਲ ਮੁਹੰਮਦ ਗੌਰੀ ਦੇ ਕਹਿਣ ਉੱਤੇ ਖੁਦ ਮੁਖਤਿਆਰ ਬਾਦਸ਼ਾਹ ਅਖਵਾਇਆ ਡੰਡੀ। ਕੁਤਬਦੀਨ ਐਬਕ ਬੇਮਿਸਾਲ ਦਲੇਰ ਜਰਨੈਲ ਸੀ। ਖੁਰਾਸਾਨ ਦੇ ਜੰਗ ਵਿੱਚ ਉਸ ਦੀ ਵਿਖਾਈ ਦਲੇਰੀ ਹੀ ਉਸ ਨੂੰ ਮੁਹੰਮਦ ਗੌਰੀ ਦੇ ਚਹੇਤਿਆਂ ਵਿੱਚ ਲੈ ਆਈ ਅਤੇ ਹਿੰਦੁਸਤਾਨ ਉੱਤੇ ਹੋਣ ਵਾਲੇ ਸਾਰੇ ਹਮਲਿਆਂ ਵਿੱਚ ਉਸਨੇ ਤਲਵਾਰ ਦੇ ਅਜਿਹੇ ਜ਼ੋਰ ਵਿਖਾਏ ਕਿ ਮੁਹੰਮਦ ਗੌਰੀ ਨੇ ਉਸ ਨੂੰ ਆਪਣਾ ਨਾਇਬ ਘੋਸ਼ਿਤ ਕਰਕੇ ਹਿੰਦੁਸਤਾਨ ਦੇ ਬਾਕੀ ਇਲਾਕੇ ਫਤਿਹ ਕਰਨ ਦਾ ਅਖਤਿਆਰ ਦੇ ਕੇ ਆਪ ਗਜਨੀ ਚਲਾ ਗਿਆ ਡੰਡੀ। ਨਾਇਬ ਦੇ ਤੌਰ 'ਤੇ ਹੰਸੀ, ਬੁਲੰਦ ਸ਼ਹਿਰ, ਮੇਰਠ, ਦਿੱਲੀ, ਅਜਮੇਰ, ਕੋਇਲ, ਅਨਹਲਵਾੜਾ, ਕਨੌਜ, ਬਨਾਰਸ, ਗਵਾਲੀਅਰ ਅਤੇ ਕਾਲਖੇਰ ਦੀਆਂ ਜਿੱਤਾਂ ਉਸ ਦੇ ਚੰਗਾ ਜਰਨੈਲ ਹੋਣ ਦੀ ਗਵਾਹੀ ਦਿੰਦੀਆਂ ਹਨ ਡੰਡੀ। ਜੇ ਕੁਤਬਦੀਨ ਐਬਕ ਨੂੰ ਹੁਕਮਰਾਨ ਦੇ ਤੌਰ 'ਤੇ ਪਰਖਿਆ ਜਾਵੇ ਤਾਂ ਉਸ ਵਿੱਚ ਉਹ ਸਾਰੀਆਂ ਖੂਬੀਆਂ ਮਿਲਦੀਆਂ ਹਨ ਜਿਹੜੀਆਂ ਦੁਨੀਆ ਦੇ ਦੂਜੇ ਕਾਮਯਾਬ ਹੁਕਮਰਾਨਾਂ ਵਿੱਚ ਮਿਲਦੀਆਂ ਹਨ ਅਤੇ ਜਿਹੜੀਆਂ ਇੱਕ ਹੁਕਮਰਾਨ ਵਿੱਚ ਹੋਣੀਆਂ ਜ਼ਰੂਰੀ ਹਨ ਡੰਡੀ। ਉਹ ਜਿੰਨਾ ਚਿਰ ਜਿਉਂਦਾ ਰਿਹਾ ਉਸ ਨੇ ਨਵ ਜੰਮੀ ਹਕੂਮਤ ਵਿੱਚ ਅਮਨ ਕਾਇਮ ਕਰਕੇ ਰੱਖਿਆ ਡੰਡੀ। ਉਸ ਦੀ ਤਾਰੀਫ ਵਿੱਚ ਤਾਜ ਅਲ ਮੁਆਸਰ ਦਾ ਲੇਖਕ
ਤਾਜੁਦੀਨ ਹਸਨ ਬਿਨ ਨਿਜ਼ਾਮੀ ਲਿਖਦਾ ਹੈ, ਉਸਨੇ ਸਿਰਫ ਬਾਦਸ਼ਾਹ ਦੇ ਫਰਜ਼ਾਂ ਨੂੰ ਹੀ ਨਹੀਂ ਨਿਭਾਇਆ, ਸਗੋਂ ਮੁਲਕ ਵਿੱਚ ਅਮਨ ਅਤੇ ਅਦਲ ਦਾ ਬੋਲਬਾਲਾ ਪੈਦਾ ਕਰਕੇ ਖੁਸ਼ਹਾਲੀ ਵੀ ਲਿਆਂਦੀ ਡੰਡੀ। ਇੱਕ ਹੋਰ ਇਤਿਹਾਸਕਾਰ ਮੁਹੰਮਦ ਅਜ਼ੀਜ਼ ਅਹਿਮਦ ਲਿਖਦਾ ਹੈ, ਕੁਤਬੁਦੀਨ ਐਬਕ ਹਿੰਦੁਸਤਾਨ ਦਾ ਪਹਿਲਾ ਮੁਸਲਮਾਨ ਬਾਦਸ਼ਾਹ ਸੀ, ਜਿਸ ਦਾ ਨਾਂ ਮਸਜਿਦਾਂ ਵਿੱਚ ਪੜ੍ਹੇ ਜਾਣ ਵਾਲੇ ਖੁਤਬੇ ਵਿੱਚ ਸ਼ਾਮਿਲ ਕੀਤਾ ਗਿਆ ਅਤੇ ਉਸ ਦੇ ਨਾਂ 'ਤੇ ਸਿੱਕੇ ਚਾਲੂ ਕੀਤੇ ਗਏ ਡੰਡੀ। ਇਸ ਨੂੰ ਉਸ ਦੀ ਬਦਕਿਸਮਤੀ ਹੀ ਕਿਹਾ ਜਾ ਸਕਦਾ ਹੈ ਕਿ ਉਹ ਆਪਣੀ ਬਾਦਸ਼ਾਹੀ ਦਾ ਜਲਾਲ ਦੇਖਣ ਲਈ ਬਹੁਤੀ ਦੇਰ ਜਿਉਂਦਾ ਨਾ ਰਹਿ ਸਕਿਆ, ਪਰ ਉਸ ਨੇ ਵਿਰਸੇ ਵਿੱਚ ਤਾਕਤਵਰ ਇਸਲਾਮੀ ਹਕੂਮਤ ਛੱਡੀ, ਜਿਹੜੀ ਸਦੀਆਂ ਤੱਕ ਕਾਇਮ ਰਹੀ ਡੰਡੀ। ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸਿੱਖ ਇਤਿਹਾਸ ਵਿੱਚ ਸ਼ਹੀਦਾਂ ਦੇ ਸਿਰਤਾਜ ਵਜੋਂ ਸਿਖਰ ਸਨਮਾਨ ਹਾਸਲ ਹੈ। ਡੰਡੀ ਸ਼ਹਾਦਤ ਸ਼ਬਦ ਪੜ੍ਹਦਿਆਂ ਸੁਣਦਿਆਂ ਹੀ ਪੰਚਮ ਗੁਰੂ ਸਾਹਿਬ ਦੇ ਦਰਸ਼ਨ ਹੋ ਜਾਂਦੇ ਹਨ। ਡੰਡੀ ਆਪ ਅਜਿਹੀ ਸ਼ਖਸੀਅਤ ਹਨ ਜਿਨ੍ਹਾਂ ਨੇ ਲੋਕ ਪੀੜਾ ਅਤੇ ਲੋਕਾਈ ਦੇ ਦਰਦ ਨੂੰ ਆਪਣੇ ਪਿੰਡੇ 'ਤੇ ਝੱਲਦਿਆਂ ਆਪਣੀ ਲਾਸਾਨੀ ਸ਼ਹਾਦਤ ਦਿੱਤੀ। ਡੰਡੀ ਇਸ ਸ਼ਹਾਦਤ ਦਾ ਸਿੱਖ ਲਹਿਰ ਅਤੇ ਪੰਜਾਬ ਦੇ ਇਤਿਹਾਸ ਵਿੱਚ ਬਹੁਤ ਹੀ ਦੂਰਗਾਮੀ ਅਸਰ ਹੋਇਆ। ਡੰਡੀ ਸਿੱਖ ਲਹਿਰ ਨੇ ਇੱਕ ਨਵਾਂ ਮੋੜ ਲਿਆ ਅਤੇ ਲੋਕ ਕਲਿਆਣਕਾਰੀ ਸ਼ਕਤੀ ਜ਼ੋਰਦਾਰ ਤਰੀਕੇ ਨਾਲ ਉੱਭਰੀ। ਡੰਡੀ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇਸ਼ ਤੇ ਕੌਮ ਦੀ ਉਸਾਰੀ ਦੇ ਇਤਿਹਾਸ ਵਿੱਚ ਇੱਕ ਮਹਾਨ ਅਤੇ ਯੁੱਗ ਪਲਟਾਊ ਘਟਨਾ ਹੈ। ਡੰਡੀ ਇਸ ਸ਼ਹੀਦੀ ਨਾਲ ਸਿੱਖ ਇਤਿਹਾਸ ਵਿੱਚ ਸ਼ਹਾਦਤਾਂ ਦਾ ਨਵਾਂ ਅਧਿਆਇ ਆਰੰਭ ਹੋਇਆ। ਡੰਡੀ ਸ਼ਹੀਦ ਅਤੇ ਸ਼ਹਾਦਤ ਅਰਬੀ ਭਾਸ਼ਾ ਦੇ ਸ਼ਬਦ ਹਨ। ਡੰਡੀ ਸ਼ਹੀਦ ਦਾ ਭਾਵ ਆਪਣੇ ਈਮਾਨ ਦੀ ਗਵਾਹੀ ਦੇਣ ਵਾਲਾ, ਜੋ ਧਰਮ ਯੁੱਧ ਵਿੱਚ ਸ਼ਹੀਦ ਹੋਣ ਵਾਲਾ ਹੈ। ਡੰਡੀ ਇਹ ਇੱਕ ਪਵਿੱਤਰ ਸ਼ਬਦ ਹੈ ਜਿਸ ਵਿੱਚ ਨਿੱਜੀ ਲਾਲਸਾ ਨੂੰ ਕੋਈ ਥਾਂ ਨਹੀਂ ਹੈ। ਡੰਡੀ ਕਿਸੇ ਉੱਚੇ ਸੁੱਚੇ ਉਦੇਸ਼ ਲਈ ਨਿਸ਼ਕਾਮ ਰਹਿ ਕੇ ਸਰੀਰ ਦੀ ਕੁਰਬਾਨੀ ਦੇਣ ਵਾਲਾ ਸ਼ਹੀਦ ਹੈ। ਡੰਡੀ ਸ਼ਹੀਦ ਆਪਣੇ ਵਿਸ਼ਵਾਸ ਦੀ ਗਵਾਹੀ ਸਦਕਾ ਨਾਲ ਭਰਮ ਤੋਂ ਰਹਿਤ ਹੋ ਕੇ ਦਿੰਦਾ ਹੈ। ਡੰਡੀ ਭਾਈ ਗੁਰਦਾਸ ਜੀ ਅਨੁਸਾਰ ਉਹੀ ਸ਼ਹੀਦ ਅਖਵਾਉਣ ਦਾ ਹੱਕਦਾਰ ਹੈ ਜਿਸ ਵਿੱਚ ਸਬਰ ਸਦਕ ਆਦਿ ਜਿਹੇ ਅਮੋਲਕ ਗੁਣ ਹੋਣ। ਸ੍ਰੀ ਗੁਰੂ ਅਰਜਨ ਦੇਵ ਜੀ ਪਾਵਨ ਸ਼ਹੀਦੀ ਦਾ ਮੂਲ ਅਤੇ ਮੁੱਖ ਸਿੱਖ ਸਿਧਾਂਤ ਅਤੇ ਆਚਾਰ ਵਿਚਾਰ ਦਾ ਨਿਆਰਾਪਣ ਹੀ ਸੀ। ਡੰਡੀ ਇਸੇ ਦੇ ਦਿਨੋਂ ਦਿਨ ਵੱਧ ਰਹੇ ਤੇਜ ਪ੍ਰਤਾਪ ਨੂੰ ਬਰਦਾਸ਼ਤ ਕਰਨਾ ਇਸਲਾਮ ਅਤੇ ਤਹੱਸਬੀ ਬਾਦਸ਼ਾਹ ਧਰਮ ਦੇ ਕੱਟੜਪੰਥੀ ਠੇਕੇਦਾਰਾਂ ਲਈ ਮੁਸ਼ਕਲ ਹੋ ਚੁੱਕਾ ਸੀ। ਡੰਡੀ ਪੰਜਵੇਂ ਪਾਤਸ਼ਾਹ ਦੀ ਚੜ੍ਹਦੀ ਕਲਾ ਅਤੇ ਬੇਬਾਕ ਬਿਆਨ, ਜਿੱਥੇ ਉਹਨਾਂ ਦੇ ਧਰਮ ਕਰਮ ਦੀ ਵਿਲੱਖਣਤਾ, ਕਥਨੀ ਕਰਨੀ ਦੀ ਸੁਤੰਤਰਤਾ, ਸੁਭਾਅ ਦੀ ਨਿਰਭੈਤਾ ਅਤੇ ਸਿੱਖ ਲਹਿਰ ਦੇ ਅੱਗੇ ਵਧਣ ਦਾ ਸੂਚਕ ਸੀ, ਉੱਥੇ ਕਰਮਕਾਂਡੀ ਅਤੇ ਤਹੱਸਬੀ ਸ਼ਕਤੀਆਂ ਨੂੰ ਭਾਰੀ ਚੁਣੌਤੀ ਵੀ ਸੀ। ਡੰਡੀ ਅਜਿਹਾ ਸਮੇਂ ਦੇ ਹਾਕਮਾਂ ਨੂੰ
ਬਿਲਕੁਲ ਹੀ ਪ੍ਰਵਾਨ ਨਹੀਂ ਸੀ। ਡੰਡੀ ਉਹਨਾਂ ਨੇ ਵਿਉਂਤਾਂ ਗੁੰਦੀਆਂ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਖਤਮ ਕਰ ਦਿੱਤਾ ਜਾਵੇ ਤਾਂ ਜੋ ਮੁੜ ਅਜਿਹੀ ਲਹਿਰ ਨਾ ਚੱਲੇ ਤੇ ਸਿੱਖ ਧਰਮ ਦਾ ਖਾਤਮਾ ਹੋ ਜਾਵੇਗਾ। ਡੰਡੀ ਪਰ ਇਤਿਹਾਸ ਗਵਾਹ ਹੈ ਕਿ ਹੋਇਆ ਇਸ ਦੇ ਬਿਲਕੁਲ ਉਲਟ। ਡੰਡੀ ਕੇਵਲ ਮੁਗਲ ਬਾਦਸ਼ਾਹ ਜਹਾਂਗੀਰ ਤੇ ਮੁਗਲਿਆ ਰਾਜ ਦਾ ਖਾਤਮਾ ਹੀ ਨਹੀਂ ਹੋਇਆ, ਸਗੋਂ ਮੁਗਲ ਖਾਨਦਾਨ ਤੇ ਮੁਗਲ ਕੌਮ ਦਾ ਵੀ ਸਦਾ ਲਈ ਭੋਗ ਪੈ ਗਿਆ। ਡੰਡੀ ਦੂਸਰੇ ਪਾਸੇ ਸਿੱਖ ਲਹਿਰ ਗੁਰੂ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਦਿਨੋਂ ਦਿਨ ਵੱਧਦੀ ਫੁੱਲਦੀ ਤੇ ਉਚੇਰੀ ਹੁੰਦੀ ਗਈ। ਡੰਡੀ ਸਟਾਰਟ। ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੀ ਗੱਲ ਕਰੀਏ ਤਾਂ ਜਿਵੇਂ ਹਰ ਵਿਅਕਤੀ ਤੇ ਹਾਕਮ ਪਾਪ ਜਾਂ ਜ਼ੁਲਮ ਕਰਨ ਤੋਂ ਬਾਅਦ ਉਸ ਨੂੰ ਲੁਕਾਉਣ ਦਾ ਯਤਨ ਕਰਦਾ ਹੈ, ਠੀਕ ਇਹੀ ਕੁਝ ਮੁਗਲ ਹਕੂਮਤ ਨੇ ਵੀ ਕੀਤਾ। ਡੰਡੀ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਅਸਲ ਕਾਰਨਾਂ ਨੂੰ ਛੁਪਾ ਕੇ ਕਈ ਤਰ੍ਹਾਂ ਦੇ ਬੇਬੁਨਿਆਦ ਕਾਰਨ ਘੜ ਕੇ ਪ੍ਰਚਲਿਤ ਕੀਤੇ। ਡੰਡੀ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਅਸਲ ਕਾਰਨ ਬਾਦਸ਼ਾਹ ਜਹਾਂਗੀਰ ਦੀ ਧਾਰਮਿਕ ਕੱਟੜਤਾ ਤੇ ਤੰਗਦਿਲੀ ਸੀ। ਡੰਡੀ ਅਸਲ ਵਿੱਚ ਜਹਾਂਗੀਰ ਮੌਕੇ ਦੀ ਭਾਲ ਵਿੱਚ ਸੀ ਕਿ ਕਦੋਂ ਕੋਈ ਬਹਾਨਾ ਮਿਲੇ ਤੇ ਉਹ ਸਿੱਖ ਲਹਿਰ ਨੂੰ ਖਤਮ ਕਰ ਦੇਵੇ ਤੇ ਉਹਨਾਂ ਦੇ ਮੁਖੀ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਮੁਸਲਮਾਨ ਬਣਾ ਲਵੇ ਜਾਂ ਸ਼ਹੀਦ ਕਰ ਦੇਵੇ। ਡੰਡੀ ਇਸ ਗੱਲ ਦਾ ਜ਼ਿਕਰ ਉਹ ਆਪਣੀ ਸਵੈ ਜੀਵਨੀ ਤੁਝਕੇ ਜਹਾਂਗੀਰੀ ਵਿੱਚ ਵੀ ਕਰਦਾ ਹੈ। ਡੰਡੀ ਇਸ ਤਰ੍ਹਾਂ ਜਹਾਂਗੀਰ ਦੇ ਹੁਕਮ ਅਨੁਸਾਰ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਗਿਆ। ਡੰਡੀ ਗੁਰੂ ਸਾਹਿਬ ਜੀ ਨੂੰ ਸ਼ਹੀਦ ਕਰਨ ਸਮੇਂ ਕਈ ਤਰ੍ਹਾਂ ਦੇ ਅਕਹਿ ਤੇ ਅਸਹਿ ਤਸੀਹੇ ਦਿੱਤੇ ਗਏ। ਡੰਡੀ ਉਹਨਾਂ ਨੇ ਅਕਾਲ ਪੁਰਖ ਦੇ ਹੁਕਮ ਵਿੱਚ ਰਹਿੰਦਿਆਂ ਤੇਰਾ ਕੀਆ ਮੀਠਾ ਲਾਗੇ ਦੇ ਮਹਾਂਵਾਕ ਅਨੁਸਾਰ ਤੱਤੀ ਤਵੀ ਉੱਪਰ ਚੌਂਕੜਾ ਮਾਰ ਤੱਤਾ ਰੇਤਾ ਸੀਸ ਤੇ ਪਵਾ ਲਿਆ। ਡੰਡੀ ਦੇਗ ਵਿੱਚ ਉਬਾਲੇ ਵੀ ਖਾਧੇ ਪਰ ਜ਼ੋਰ ਤੇ ਜ਼ਬਰ ਅੱਗੇ ਸੀਸ ਨਹੀਂ ਝੁਕਾਇਆ। ਡੰਡੀ ਉਹ ਪਰਮਾਤਮਾ ਦੀ ਰਜ਼ਾ ਵਿੱਚ ਰਾਜੀ ਸਨ। ਡੰਡੀ ਇਸ ਤਰ੍ਹਾਂ ਅਕਹਿ ਤੇ ਅਸਹਿ ਕਸ਼ਟ ਦੇ ਕੇ ਪਾਪ ਨੂੰ ਲਾਹੌਰ ਵਿਖੇ 1606 ਈਸਵੀ ਵਿੱਚ ਸ਼ਹੀਦ ਕੀਤਾ ਗਿਆ। ਡੰਡੀ ਇਸ ਮਹਾਨ ਸ਼ਹਾਦਤ ਵਾਲੇ ਸਥਾਨ 'ਤੇ ਰਾਵੀ ਕੰਢੇ ਲਾਹੌਰ ਵਿਖੇ ਗੁਰਦੁਆਰਾ ਡੇਰਾ ਸਾਹਿਬ ਸਥਿਤ ਹੈ। ਡੰਡੀ ਗੁਰੂ ਜੀ ਦੀ ਖਾਮੋਸ਼ ਸ਼ਹਾਦਤ ਨੇ ਸਿੱਖ ਕੌਮ ਵਿੱਚ ਜਬਰ ਵਿਰੁੱਧ ਬਗਾਵਤ ਦਾ ਅਥਾਹ ਜੋਸ਼ ਭਰ ਦਿੱਤਾ ਤੇ ਪਿਆਰ ਭਰੇ ਜਜ਼ਬੇ ਦੇ ਨਾਲ ਤਲਵਾਰ ਵੀ ਸਿੱਖਾਂ ਦਾ ਸ਼ਿੰਗਾਰ ਬਣ ਗਈ। ਹੁਣ ਇਹ ਅਨੁਭਵ ਕੀਤਾ ਜਾਣ ਲੱਗ ਪਿਆ ਹੈ ਕਿ ਧਰਮ ਰੱਖਿਆ ਤੇ ਸਵੈਮਾਨ ਲਈ ਤਾਕਤ ਤੇ ਜਥੇਬੰਦੀ ਦਾ ਹੋਣਾ ਜ਼ਰੂਰੀ ਹੈ। ਡੰਡੀ ਦੁਨੀਆ ਵਿੱਚ ਕੋਈ ਵੀ ਗੱਲ ਹੋਵੇ ਅਸਰ ਪਾਏ ਬਿਨਾਂ ਨਹੀਂ ਰਹਿੰਦੀ। ਇਹ ਤਾਂ ਇੱਕ ਮਹਾਂਪੁਰਸ਼ ਦੀ ਸ਼ਹਾਦਤ ਸੀ। ਡੰਡੀ ਇਹ ਕਿਵੇਂ ਅਸਰ ਪਾਏ ਬਿਨਾਂ ਰਹਿ ਸਕਦੀ ਸੀ। ਡੰਡੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਮੀਰੀ ਪੀਰੀ ਦੀਆਂ ਤਲਵਾਰਾਂ ਪਹਿਨਣਾ, ਸ਼ਸਤਰ ਇਕੱਠੇ ਕਰਨਾ
ਕਿਲ੍ਹੇ ਬਣਵਾਉਣਾ, ਸ਼੍ਰੀ ਅਕਾਲ ਤਖ਼ਤ ਸਾਹਿਬ ਹੋਂਦ ਵਿੱਚ ਲਿਆਉਣਾ, ਸ਼ਾਹੀ ਫੌਜ ਦਾ ਡਟ ਕੇ ਟਾਕਰਾ ਕਰਨਾ, ਉਹਨਾਂ ਨੂੰ ਕਰਾਰੀ ਹਾਰ ਦੇਣਾ, ਸੰਤ ਸਿਪਾਹੀ ਬਣਾਉਣਾ। ਇਸ ਸ਼ਹਾਦਤ ਦੇ ਫਲਸਰੂਪ ਹੀ ਅਮਲ ਵਿੱਚ ਆਏ ਸਨ। ਡੰਡੀ ਪੰਚਮ ਪਾਤਸ਼ਾਹ ਦੀ ਸ਼ਹਾਦਤ ਸਿੱਖ ਕੌਮ ਲਈ ਇੱਕ ਪ੍ਰੇਰਨਾ ਬਣੀ, ਜਿਸ ਨੇ ਅੱਗੇ ਜਾ ਕੇ ਦੁਨੀਆ ਦੇ ਧਾਰਮਿਕ ਇਤਿਹਾਸ 'ਤੇ ਨਿਵੇਕਲਾ ਅਤੇ ਨਾ ਮਿਟਣ ਵਾਲਾ ਅਸਰ ਪਾਇਆ। ਡੰਡੀ ਇਹ ਸ਼ਹਾਦਤ ਅੱਜ ਵੀ ਸਿੱਖ ਕੌਮ ਲਈ ਪ੍ਰੇਰਨਾ ਦਾ ਸੋਮਾ ਹੈ। ਡੰਡੀ ਕੌਮੀ ਜਜ਼ਬੇ ਨੂੰ ਹੋਰ ਉਭਾਰਨ ਲਈ ਅਤੇ ਭਵਿੱਖ ਦੀਆਂ ਤਰਜੀਹਾਂ ਨਿਰਧਾਰਤ ਕਰਨ ਲਈ ਇਹ ਇਤਿਹਾਸ ਹੀ ਵਡਮੁੱਲੀ ਸ਼ਕਤੀ ਹੈ। ਡੰਡੀ ਸਮੁੱਚੇ ਸਿੱਖ ਜਗਤ ਨੇ ਇਸ ਦਿਹਾੜੇ 'ਤੇ ਕੌਮ ਦੀ ਚੜ੍ਹਦੀ ਕਲਾ ਲਈ ਕਾਰਜਸ਼ੀਲ ਹੋਣ ਦਾ ਪ੍ਰਣ ਕਰਨਾ ਹੈ। ਡੰਡੀ ਸੋ ਆਓ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ 'ਤੇ ਗੁਰੂ ਸਾਹਿਬ ਦੀ ਮਹਾਨ ਕੁਰਬਾਨੀ ਤੇ ਸ਼ਹੀਦੀ ਫਲਸਫੇ ਨੂੰ ਹਿਰਦਿਆਂ ਵਿੱਚ ਵਸਾਈਏ ਅਤੇ ਬਾਣੀ ਤੇ ਬਾਣੇ ਦੇ ਧਾਰਨੀ ਬਣੀਏ। ਡੰਡੀ ਅਖਬਾਰਾਂ ਵਿਰੁੱਧ ਮੁਕੱਦਮੇ ਕਰ ਦਿੱਤੇ ਅਤੇ ਅਖਬਾਰਾਂ ਰਾਹੀਂ ਅਫਸਰਾਂ ਦੇ ਹੱਕ ਵਿੱਚ ਲਿਖਵਾਇਆ ਗਿਆ ਕਿ ਉਹਨਾਂ ਨੇ ਇਮਾਨਦਾਰੀ ਨਾਲ ਆਪਣੀ ਡਿਊਟੀ ਨਿਭਾਈ ਹੈ। ਡੰਡੀ ਦਿੱਲੀ ਸਰਕਾਰ ਚਾਹੁੰਦੀ ਸੀ ਕਿ ਅਕਾਲੀਆਂ ਨੂੰ ਦਬਾ ਕੇ ਅਫਸਰ ਗਵਾਹਾਂ ਤੋਂ ਆਪਣੀ ਮਰਜ਼ੀ ਦੇ ਬਿਆਨ ਦਿਵਾਉਣ। ਡੰਡੀ ਇਸ ਲਈ ਸਰਕਾਰ ਅਕਾਲੀਆਂ ਦੀਆਂ ਗ੍ਰਿਫਤਾਰੀਆਂ ਦਾ ਚੱਕਰ ਚਲਾਉਣਾ ਜ਼ਰੂਰੀ ਸਮਝਦੀ ਸੀ। ਡੰਡੀ ਇਸ ਮੁਕੱਦਮੇ ਨੂੰ ਖੁਰਦ ਬੁਰਦ ਕਰਨ ਲਈ ਪੰਜਾਬ ਸਰਕਾਰ ਨੇ ਦਿੱਲੀ ਸਰਕਾਰ ਤੋਂ DIG ਪੁਲਿਸ ਡੇਵਿਡ ਪੈਟਰੀ ਦੀ ਮੰਗ ਕੀਤੀ। ਡੰਡੀ ਪੈਟਰੀ ਨੇ ਖੁਦ ਵੀ ਸੁਝਾਅ ਦਿੱਤਾ ਸੀ ਕਿ ਚੰਗਾ ਇਹ ਹੋਵੇਗਾ ਕਿ ਉਸ ਨੂੰ ਦਿੱਲੀ ਦੀ ਸਰਕਾਰ ਵੱਲੋਂ ਕੁਝ ਚਿਰ ਲਈ ਪੰਜਾਬ ਸਰਕਾਰ ਦੇ ਹੱਥ ਵਟਾਉਣ ਦੇ ਲਈ ਦੇ ਦਿੱਤਾ ਜਾਵੇ। ਡੰਡੀ ਉਹ ਉਹਨਾਂ ਦੀ ਤਫਤੀਸ਼ ਦੇ ਮਾਮਲੇ ਵਿੱਚ ਮਦਦ ਕਰੇ। ਡੰਡੀ ਪਰ ਐਗਜ਼ੈਕਟਿਵ ਦੇ ਕੰਮਾਂ ਵਿੱਚ ਦਖਲ ਨਾ ਦੇਵੇ। ਡੰਡੀ ਇਸ ਤਰ੍ਹਾਂ ਇੱਕ ਚਲਾਕ ਅਫਸਰ ਪੈਟਰੀ ਪਿੱਛੇ ਰਹਿ ਕੇ ਮੁਕੱਦਮੇ ਨੂੰ ਖੁਰਦ ਬੁਰਦ ਕਰਨ ਦੀ ਯੋਜਨਾ ਬਣਾਉਣ ਲੱਗਾ। ਡੰਡੀ ਇਸ ਦੇ CID ਵਾਲਿਆਂ ਨੇ ਪੈਟਰੀ ਨੂੰ ਦੱਸਿਆ ਕਿ ਸ਼੍ਰੋਮਣੀ ਕਮੇਟੀ ਮੈਂਬਰ ਇਸ ਸ਼ਰਤ 'ਤੇ ਮਹੰਤ ਨੂੰ ਪੰਥ ਤੋਂ ਮੁਆਫੀ ਤੇ ਘੱਟ ਤੋਂ ਘੱਟ ਸਜ਼ਾ ਦਿਵਾਉਣ ਦੀ ਗੱਲ ਕਰ ਸਕਦੇ ਹਨ ਜੇ ਉਹ ਸਪਸ਼ਟ ਤੌਰ 'ਤੇ ਕਿੰਗ ਤੇ ਕਰੀ ਦਾ ਹੱਥ ਨਨਕਾਣੇ ਦੇ ਸਾਕੇ ਵਿੱਚ ਨੰਗਾ ਕਰ ਦੇਵੇ। ਡੰਡੀ ਇਸ 'ਤੇ ਸਰਕਾਰ ਹੋਰ ਘਬਰਾ ਗਈ। ਡੰਡੀ ਇਸ ਲਈ ਪਹਿਲਾਂ ਤਾਂ ਉਹਨਾਂ ਨੇ ਗਵਾਹਾਂ ਦੇ ਬਿਆਨ ਜਿਵੇਂ ਉਹ ਦਿੰਦੇ ਸਨ ਉਸੇ ਤਰ੍ਹਾਂ ਲਿਖਣ ਤੋਂ ਇਨਕਾਰ ਕਰ ਦਿੱਤਾ ਅਤੇ ਫਿਰ ਮੁਕੱਦਮੇ ਵਿੱਚ ਗਵਾਹਾਂ ਨੂੰ ਅਫਸਰਾਂ ਦੇ ਵਿਰੁੱਧ ਜਾਣ ਵਾਲੇ ਬਿਆਨਾਂ ਤੋਂ ਮੁਕਰਾਉਣਾ ਸ਼ੁਰੂ ਕਰ ਦਿੱਤਾ। ਡੰਡੀ ਪੈਰਾ ਸਰਕਾਰ ਦੀ ਇਹ ਸਾਰੀ ਗਲਤ ਨੀਤੀ ਸਰਕਾਰੀ ਅਫਸਰਾਂ ਨੂੰ ਦੋਸ਼ੀ ਠਹਿਰਾਉਂਦੀ ਹੈ। ਡੰਡੀ ਪੈਟਰੀ ਖੁਦ ਨੂੰ ਲਿਖਦਾ ਹੈ, ਨਨਕਾਣੇ ਦੀ ਪੜਤਾਲ ਚੱਲ ਰਹੀ ਹੈ। ਮੈਂ ਦੂਜੇ ਇਨਕਲਾਬੀ ਗਵਾਹ ਦਾ ਬਿਆਨ ਵੇਖ ਲਿਆ ਹੈ। ਡੰਡੀ ਇਹ ਬਹੁਤਾ ਉਸੇ ਬਿਆਨ ਦੀ ਤਸਦੀਕ ਕਰਦਾ ਹੈ ਜਿਹੜਾ ਪਹਿਲੇ ਗਵਾਹ ਨੇ ਦਿੱਤਾ ਸੀ। ਡੰਡੀ ਇੱਕ ਜਾਂ ਜ਼ਿਆਦਾ ਪਠਾਨਾਂ ਵੱਲੋਂ ਜਿਹੜੇ ਮਹੰਤ ਨੇ ਨੌਕਰ ਰੱਖੇ ਹੋਏ ਸਨ ਅਤੇ ਉਹਦੇ ਨਾਲ ਫੜੇ ਗਏ ਸਨ,
ਭੇਦ ਖੋਲ ਦੇਣਾ ਸੰਭਵ ਹੈ ਡੰਡੀ। ਇਹ ਸ਼ੁਰੂ ਦੇ ਵਿੱਚ ਤਫਤੀਸ਼ ਸਮੇਂ ਤੇ ਜੱਜ ਦੇ ਸਾਹਮਣੇ ਬਿਆਨ ਦਰਜ ਕਰਵਾਉਣ ਵੇਲੇ ਦੀ ਗੱਲ ਹੈ ਡੰਡੀ। ਪੈਟਰੀ ਨੇ ਛੇਤੀ ਹੀ ਹਾਲਾਤ ਉੱਤੇ ਕਾਬੂ ਪਾ ਲਿਆ ਅਤੇ ਆਪਣੀ ਮਰਜ਼ੀ ਦੇ ਬਿਆਨ ਦਿਵਾਉਣੇ ਸ਼ੁਰੂ ਕਰ ਦਿੱਤੇ ਡੰਡੀ। ਇਸ ਤਰ੍ਹਾਂ ਸਰਕਾਰ ਵੱਲੋਂ ਸਿੱਧਾ ਸਰਕਾਰੀ ਦਖਲ ਵੇਖ ਕੇ ਅਕਾਲੀਆਂ ਦੇ ਮੁਕੱਦਮੇ ਵਿੱਚ ਦਿਲਚਸਪੀ ਬਿਲਕੁਲ ਘਟ ਗਈ ਅਤੇ ਅਕਾਲੀਆਂ ਨੇ ਇੱਕ ਤਰ੍ਹਾਂ ਮੁਕੱਦਮੇ ਦਾ ਬਾਈਕਾਟ ਕਰ ਦਿੱਤਾ ਡੰਡੀ।